वाहिगुरू जी का खालसा वाहिगुरू जी की फतेह। गुरु प्यारी गुरु सवारी साध संगत जी, आप जी जुड़ चुके हो इस शाम की गुरबाणी संथਿਆ ਦੀ ਕਲਾਸ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਜੋ ਸਤਿਗੁਰਾਂ ਦੀ ਪਾਵਨ ਬਾਣੀ ਸ਼੍ਰੀ ਜਾਪ ਸਾਹਿਬ ਦੀ ਸੰਥਿਆ ਅਤੇ ਵਿਚਾਰ ਕਰ ਰਹੇ ਹਾਂ। ਸੋ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਆਪਣਾ ਵਿਸ਼ੇਸ਼ ਸਮਾਂ ਇਸ ਕਲਾਸ ਦੇ ਲਈ ਕੱਢਦੇ ਹੋ। ਸੋ ਆਓ ਆਪਾਂ ਇਹ ਜੋ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਇਹਦਾ ਲਾਹਾ ਲੈਂਦੇ ਹੋਏ ਆਪਾਂ ਪਾਵਨ ਬਾਣੀ ਸ਼੍ਰੀ ਜਾਪ ਸਾਹਿਬ ਦੀ ਸੰਥਿਆ ਦੀ ਆਰੰਭਤਾ ਕਰਦੇ ਹਾਂ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਪਾਵਨ ਰਚਨਾ ਹੈ ਜੋ ਸਤਿਗੁਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਜਾਪ ਸਾਹਿਬ ਦੀ ਰਚਨਾ ਕੀਤੀ ਹੈ, ਜੋ ਦਸਮ ਗ੍ਰੰਥ ਦੀ ਸਭ ਤੋਂ ਪਹਿਲੀ ਬਾਣੀ ਹੈ। ਜਿਵੇਂ ਸਤਿਗੁਰਾਂ ਨੇ ਜਪਜੀ ਸਾਹਿਬ ਦੀ ਰਚਨਾ ਕੀਤੀ ਅਤੇ ਸਭ ਤੋਂ ਪਹਿਲੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰੂ ਅਰਜਨ ਦੇਵ ਜੀ ਨੇ ਰੱਖੀ, ਜਿਸ ਦਾ ਨਾਮ ਜਪ ਸਾਹਿਬ ਰੱਖਿਆ, ਜਪ ਰੱਖਿਆ। ਅਤੇ ਇਹ ਪਾਵਨ ਬਾਣੀ ਸਤਿਗੁਰਾਂ ਦੀ, ਜਿਸ ਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਪ ਸਾਹਿਬ ਰੱਖਿਆ ਹੈ। ਸੋ ਇਸ ਪਾਵਨ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਕਰ ਰਹੇ ਹਾਂ। ਕੱਲ੍ਹ ਆਪਾਂ 132 ਜੋ ਬੰਦ ਸਨ ਉਹ ਵਿਚਾਰ ਚੁੱਕੇ ਹਾਂ। ਆਪ ਜੀ ਦੀ ਸਕਰੀਨ ਉੱਪਰ ਇਹ 133ਵਾਂ ਬੰਦ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਭੰਗ ਹੈ, ਚਾਚਰੀ ਛੰਦ ਹੈ। ਇਹ ਸਤਿਗੁਰੂ ਚਾਚਰੀ ਛੰਦ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਅਭੰਗ ਹੈ, ਅਨੰਗ ਹੈ, ਅਭੇਕ ਹੈ, ਅਲੇਖ ਹੈ। ਵਾਹਿਗੁਰੂ। ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੇ ਹੈ, ਅਬੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਨਿਤ ਹੈ, ਸੁਨਿਤ ਹੈ, ਆਜ਼ਾਤ ਹੈ, ਆਜ਼ਾਦ ਹੈ। ਇਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਸ ਜੋ ਇਹ ਪਾਵਨ ਬਾਣੀ ਦਾ ਇਹ ਚਾਤਰੀ ਛੰਦ ਹੈ। 133ਵਾਂ ਬੰਦ ਜਿਹੜਾ ਹੈ ਇੱਥੋਂ ਆਰੰਭ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਕਹਿੰਦੇ ਅਭੰਗ ਹੈ। ਅਭੰਗ ਦਾ ਅਰਥ ਹੁੰਦਾ ਹੈ ਨਾਸ਼ ਰਹਿਤ, ਜਿਸ ਨੂੰ ਤੋੜਿਆ ਭੰਗ ਨਾ ਕੀਤਾ ਜਾ ਸਕੇ, ਜਿਹਨੂੰ
ਨਾਸ਼ ਨਾ ਕੀਤਾ ਜਾ ਸਕੇ। ਪਰਮੇਸ਼ਵਰ ਕਿਵੇਂ ਦਾ ਹੈ? ਅਭੰਗ ਹੈ। ਪਰਮੇਸ਼ਵਰ ਜੀ, ਅਕਾਲ ਪੁਰਖ ਜੀ, ਤੁਸੀਂ ਅਭੰਗ ਹੋ। ਤੁਹਾਨੂੰ ਕਿਸੇ ਤਰ੍ਹਾਂ ਕੋਈ ਨਾਸ਼ ਨਹੀਂ ਕਰ ਸਕਦਾ, ਤੁਹਾਨੂੰ ਕੋਈ ਖਤਮ ਨਹੀਂ ਕਰ ਸਕਦਾ। ਅਭੰਗ ਹੈ, ਅਨੰਗ ਹੈ। ਅਨੰਗ ਦਾ ਅਰਥ ਹੈ ਅੰਗ ਰਹਿਤ। ਇਹ ਪਰਮੇਸ਼ਵਰ ਤੂੰ ਅੰਗ ਰਹਿਤ ਹੈ, ਤੇਰਾ ਕੋਈ ਅੰਗ ਨਹੀਂ ਹੈ। ਅਭੰਗ ਹੈ, ਅਨੰਗ ਹੈ, ਅਭੇਕ ਹੈ। ਅਭੇਕ ਪਰਮੇਸ਼ਵਰ, ਤੇਰਾ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਪਹਿਰਾਵਾ, ਵਿਸ਼ੇਸ਼ ਭੇਖ ਆਪ ਜੀ ਨੇ ਨਹੀਂ ਧਾਰਨ ਕੀਤਾ ਹੋਇਆ। ਕੋਈ ਵਿਸ਼ੇਸ਼ ਪਰਮੇਸ਼ਵਰ ਨੇ ਭੇਖ ਜਿਹੜਾ ਹੈ ਉਹ ਨਹੀਂ ਧਾਰਨ ਕੀਤਾ ਹੋਇਆ। ਉਹ ਅਕਾਲ ਪੁਰਖ ਪਰਮਾਤਮਾ ਕੈਸਾ ਹੈ? ਸਤਿਗੁਰੂ ਕਹਿੰਦੇ ਅਭੇਕ ਹੈ। ਉਹ ਪਰਮੇਸ਼ਵਰ ਅਭੇਕ ਹੈ, ਭੇਖ ਦੇ ਵਿੱਚ ਨਹੀਂ ਆਉਂਦਾ। ਕਿਸੇ ਤਰ੍ਹਾਂ ਦਾ ਵਿਸ਼ੇਸ਼ ਉਹਨੇ ਭੇਖ ਜਿਹੜਾ ਹੈ ਉਹ ਨਹੀਂ ਬਣਾਇਆ ਹੋਇਆ। ਅਲੇਖ ਹੈ। ਫਿਰ ਇਹ ਅਕਾਲ ਪੁਰਖ ਜੀ, ਆਪ ਜੀ ਅਲੇਖ ਅਲੇਖ ਹੈ। ਆਪ ਜੀ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਲੇਖ ਨਹੀਂ ਕੀਤਾ ਜਾ ਸਕਦਾ, ਕਿਸੇ ਤਰ੍ਹਾਂ ਦਾ ਕੋਈ ਆਪ ਜੀ ਦਾ ਚਿੱਤਰ ਨਹੀਂ ਬਣਾਇਆ ਜਾ ਸਕਦਾ। ਅਲੇਖ ਹੈ। ਫਿਰ ਅਭਰਮ ਹੈ। ਅਭਰਮ, ਇਹ ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਆਪ ਜੀ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਭਰਮ ਵੀ ਨਹੀਂ ਹੈ। ਲੇਖ ਦਾ ਅਰਥ ਜਿਹੜਾ ਹੈ, ਜਿਵੇਂ ਕੋਈ ਕਿਸੇ ਦੇ ਬਾਰੇ ਕੋਈ ਤਸਵੀਰ ਖਿੱਚ ਲੈਣੀ ਜਾਂ ਬਣਾ ਲੈਣੀ, ਉਹਨੂੰ ਲੇਖ ਕਹਿੰਦੇ, ਕਿਹਦਾ ਉਲੇਖ ਕਰ ਲੈਣਾ। ਪਰ ਪਰਮੇਸ਼ਵਰ ਅਲੇਖ ਹੈ, ਉਹਦਾ ਕੋਈ ਲੇਖ ਨਹੀਂ ਕੀਤਾ ਜਾ ਸਕਦਾ। ਅਪਰਮ ਹੈ। ਉਹ ਪਰਮੇਸ਼ਵਰ ਜੋ ਹੈ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ। ਅਕਰਮ ਹੈ। ਫਿਰ ਉਹ ਕਰਮ ਰਹਿਤ ਹੈ, ਉਹਦੇ ਉੱਤੇ ਕਰਮ ਲਾਗੂ ਨਹੀਂ ਹੁੰਦੇ। ਪਰਮੇਸ਼ਵਰ ਦੇ ਉੱਤੇ, ਅਕਾਲ ਪੁਰਖ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਰਮ ਲਾਗੂ ਨਹੀਂ ਹੁੰਦਾ। ਅਕਰਮ ਹੈ, ਬਿਨਾਂ ਕਰਮ ਤੋਂ ਹੈ ਪਰਮੇਸ਼ਵਰ, ਇਹ ਅਕਾਲ ਪੁਰਖ ਜੀ ਆਪ ਜੀ। ਅਨਾਦ ਹੈ। ਅਨਆਦ, ਆਪ ਜੀ ਦਾ ਕੋਈ ਆਦ ਪਤਾ ਨਹੀਂ ਹੈ ਕਿ ਕਿੱਥੋਂ ਆਰੰਭ ਹੁੰਦਾ ਹੈ। ਕਿਸੇ ਤਰ੍ਹਾਂ ਦਾ ਤੁਹਾਡਾ ਕੋਈ ਆਦ ਉਹ ਨਹੀਂ ਪਤਾ। ਅਨਾਦ ਹੋ ਤੁਸੀਂ। ਜੁਗਾਦ ਹੈ। ਫਿਰ ਇਹ ਪਰਮੇਸ਼ਵਰ ਜੀ, ਤੁਸੀਂ ਜੁਗਾਦ, ਜਦੋਂ ਦਾ ਯੁੱਗ ਸ਼ੁਰੂ ਹੋਇਆ ਨਾ, ਉਸ ਯੁੱਗ ਦੇ ਆਦ, ਆਰੰਭ ਤੋਂ ਤੁਸੀਂ ਹੋ। ਯੁੱਗ ਦੇ ਆਦ ਤੋਂ, ਜਦੋਂ ਤੇ ਯੁੱਗ ਸਟਾਰਟ ਹੋਏ ਆ, ਜਦੋਂ ਦਾ ਸੰਸਾਰ ਬਣਿਆ ਹੈ, ਉਹਦਾ ਮੁੱਢ, ਉਹਦੀ ਆਰੰਭਤਾ ਤੁਹਾਡੇ ਤੋਂ ਹੈ। ਜੁਗਾਦ ਹੈ, ਤੂੰ ਜੁਗਾਦ ਹੈ ਪਰਮੇਸ਼ਵਰ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਅਜੈ ਹੈ। ਅਜੈ, ਜੈ ਦਾ ਅਰਥ ਹੈ ਜਿੱਤ। ਅਜੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਤੂੰ ਪਰਮੇਸ਼ਵਰ ਐਸਾ ਹੈ, ਤੇਰੇ ਤੇ ਕੋਈ ਜੈ, ਕੋਈ ਫਤਿਹ ਨਹੀਂ ਪਾ ਸਕਦਾ। ਅਜੈ ਹੈ। ਅਬੈ ਹੈ। ਅਬੈ, ਬੈ ਦਾ ਅਰਥ ਨਾਸ਼। ਪਰਮੇਸ਼ਵਰ ਜੀ, ਤੁਸੀਂ ਅਬੈ ਹੋ, ਤੁਹਾਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਕੋਈ ਤੁਹਾਨੂੰ ਖਤਮ ਨਹੀਂ ਕਰ ਸਕਦਾ। ਅਬੈ ਹੈ। ਅਭੂਤ ਹੈ। ਫਿਰ ਇਹ ਅਕਾਲ ਪੁਰਖ ਜੀ, ਤੁਸੀਂ ਪੰਜਾਂ ਤੱਤਾਂ ਤੋਂ ਨਹੀਂ ਬਣੇ ਹੋਏ, ਅਭੂਤ ਹੋ। ਭੂਤ ਦਾ ਅਰਥ ਹੁੰਦਾ ਤੱਤ, ਪਰ ਆਪ ਜੀ ਅਭੂਤ ਹੋ। ਸ੍ਰਿਸ਼ਟੀ ਦੀ ਰਚਨਾ, ਸਾਰੀ ਰਚਨਾ ਜਿਹੜੀ ਪੰਜਾਂ ਤੱਤਾਂ ਤੋਂ ਬਣੀ ਹੈ, ਪ੍ਰਿਥਵੀ, ਜਲ, ਤੇਜ, ਹਵਾ ਤੇ ਆਕਾਸ਼ ਤੋਂ। ਪਰ ਪਰਮੇਸ਼ਵਰ ਜੀ, ਤੁਹਾਡੀ ਰਚਨਾ ਇਹਨਾਂ ਪੰਜਾਂ ਤੱਤਾਂ ਤੋਂ ਨਹੀਂ ਹੋਈ, ਇਸ ਕਰਕੇ ਆਪ ਜੀ ਅਭੂਤ ਹੋ। ਅਤੂਤ ਹੈ। ਧੂਤ ਦਾ ਅਰਥ ਹੁੰਦਾ ਹੈ ਕੰਬਿਆ ਹੋਇਆ, ਹਿੱਲ ਜਾਣ ਵਾਲਾ, ਪਰ ਅਤੂਤ ਦਾ ਅਰਥ ਹੈ ਅਚਲ, ਜਿਹਨੂੰ ਹਿਲਾਇਆ ਨਾ ਜਾ ਸਕੇ। ਜਿਹੜਾ ਪਰਮੇਸ਼ਵਰ ਕਦੀ ਵੀ ਨਹੀਂ ਹਿੱਲ ਸਕਦਾ, ਉਹਨੂੰ ਅਤੂਤ ਕਿਹਾ ਜਾਂਦਾ ਹੈ। ਪਰਮੇਸ਼ਵਰ ਹੀ ਅਕਾਲ ਪੁਰਖ ਜੀ, ਆਪ ਜੀ ਅਤੂਤ ਹੋ। ਆਪ ਜੀ ਨੂੰ ਕਿਸੇ ਤਰ੍ਹਾਂ ਕੋਈ ਹਿਲਾ ਨਹੀਂ ਸਕਦਾ, ਕਿਸੇ ਤਰ੍ਹਾਂ ਤੁਹਾਨੂੰ ਕੋਈ ਵੀ ਹਿਲਾ ਨਹੀਂ ਸਕਦਾ। ਕੋਈ ਇੱਕ ਜਗ੍ਹਾ ਦੇ ਉੱਤੇ ਤੁਸੀਂ ਟਿਕੇ ਹੋਏ ਹੋ, ਐਸੇ ਹੋ ਆਪ ਜੀ। ਅਨਾਸ ਹੈ। ਇਹ ਪਰਮੇਸ਼ਵਰ, ਇਹ ਅਕਾਲ ਪੁਰਖ, ਤੂੰ ਨਾਸ਼ ਤੋਂ ਰਹਿਤ ਹੈ। ਕੋਈ ਨਾਸ਼, ਕੋਈ ਖਤਮ ਨਹੀਂ ਕਰ ਸਕਦਾ ਤੁਹਾਨੂੰ। ਸੰਸਾਰ ਖਤਮ ਹੋ ਸਕਦਾ, ਜਿੰਨਾ ਵੀ ਸੰਸਾਰ ਹੈ, ਪਰ ਆਪ ਜੀ ਸੰਸਾਰ ਨੂੰ ਨਾਸ਼ ਕਰਨ ਵਾਲੇ ਹੋ, ਤੁਹਾਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਉਦਾਸ ਹੈ। ਉਦਾਸ ਭਾਵ ਉਪਰਾਮ, ਚਿੰਤਾ ਰਹਿਤ। ਤੇ ਇਹ ਪਰਮੇਸ਼ਵਰ, ਆਪ ਜੀ ਨੂੰ ਕੋਈ ਚਿੰਤਾ ਵੀ ਨਹੀਂ ਹੈ, ਕਿਸੇ ਤਰ੍ਹਾਂ ਦੀ ਚਿੰਤਾ ਵੀ ਤੁਹਾਨੂੰ ਜਿਹੜੀ ਉਹ ਨਹੀਂ ਵਿਆਪਦੀ। ਚਿੰਤਾ ਰਹਿਤ ਹੋ ਤੁਸੀਂ। ਉਦਾਸ ਹੈ। ਅਧੰਦ ਹੈ। ਧੰਦ ਭਾਵ ਧੰਦਾ, ਕੰਮਕਾਰ। ਇਹ ਪਰਮੇਸ਼ਵਰ, ਤੂੰ ਧੰਦਿਆਂ ਤੋਂ ਰਹਿਤ ਹੈ, ਤੂੰ ਝੰਬੇਲਿਆਂ ਤੋਂ ਰਹਿਤ ਹੈ, ਵੱਖਰਾ ਹੈ। ਭਾਵੇਂ ਕਿ ਸਾਰੀ ਸ੍ਰਿਸ਼ਟੀ ਦੇ ਧੰਦੇ ਤੇਰੇ ਕੋਲ ਹਨ, ਪਰ ਫਿਰ ਵੀ ਤੂੰ ਅਧੰਦ ਹੈ, ਇਹਨਾਂ ਧੰਦਿਆਂ ਦੇ ਵਿੱਚ ਨਹੀਂ ਆਉਂਦਾ।
ਅਬੰਧ ਹੈ। ਅਬੰਧ ਦਾ ਅਰਥ ਹੈ ਪਰਮੇਸ਼ਵਰ ਤੈਨੂੰ ਬੰਧਨਾਂ ਤੋਂ ਆਜ਼ਾਦ ਹੈ। ਤੈਨੂੰ ਕੋਈ ਬੰਧ ਨਹੀਂ ਸਕਦਾ, ਕੋਈ ਬੰਧਨਾਂ ਦੇ ਵਿੱਚ ਬੰਨਿਆ ਨਹੀਂ ਹੋਇਆ। ਤੂੰ ਐਸਾ ਹੈ, ਤੂੰ ਅਬੰਧ ਹੈ। ਕੋਈ ਤੈਨੂੰ ਕਿਸੇ ਤਰ੍ਹਾਂ ਦੇ ਕੋਈ ਧੰਦਿਆਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਬੰਨਿਆ ਜਾ ਸਕਦਾ। ਅਬੰਧ ਹੈ, ਅਭਗਤ ਹੈ। ਇਹ ਪਰਮੇਸ਼ਵਰ ਹੈ ਅਕਾਲ ਪੁਰਖ ਵਾਹਿਗੁਰੂ ਅਭਗਤ ਹੈ। हे परमेश्वर जी अभगत निर्मोह, ਤੁਸੀਂ ਨਿਰਮੋਹ ਹੋ ਜਗਤ ਤੋਂ। ਜਗਤ ਦੇ ਮੋਹ ਦੇ ਵਿੱਚ ਨਹੀਂ ਆ ਸਕਦੇ। ਕਿਸੇ ਤਰ੍ਹਾਂ ਦਾ ਤੁਹਾਨੂੰ ਜਗਤ ਦਾ ਮੋਹ ਜਿਹੜਾ ਹੈ ਉਹ ਨਹੀਂ ਆਪ ਜੀ ਦੇ ਉੱਤੇ ਪੋ ਸਕਦਾ। ਕਿਸੇ ਤਰ੍ਹਾਂ ਦਾ ਮੋਹ ਨਹੀਂ ਹੈ ਤੁਹਾਨੂੰ। ਅਭਗਤ ਹੈ, ਬਿਰਕਤ ਹੈ। ਫਿਰ ਬਿਰਕਤ, ਬਿਰਕਤ ਸਾਧ ਸੰਗਤ, ਬਿਰਕਤ ਦਾ ਅਰਥ ਹੁੰਦਾ ਪਦਾਰਥਾਂ ਦੀ ਖਿੱਚ ਤੋਂ ਪਰੇ। ਤੁਹਾਨੂੰ ਕੋਈ ਖਿੱਚ ਨਹੀਂ ਸਕਦਾ। ਬਿਰਕਤ, ਬਿਰਕਤੇ ਸਾਧੂ ਹੁੰਦੇ ਆ ਨਾ ਜਿਹੜੇ ਸੰਸਾਰ ਦੇ ਵਿੱਚ ਨਹੀਂ ਆਉਂਦੇ, ਉਹ ਵੱਖ ਰਹਿੰਦੇ ਆ, ਆਪਣੇ ਆਪ ਨੂੰ ਵੱਖਰਾ ਹੀ ਮਹਿਸੂਸ ਕਰਦੇ ਕਿ ਅਸੀਂ ਬਿਰਕਤ ਸਾਧੂ ਹਾਂ। ਸਤਿਗੁਰ ਕਹਿੰਦੇ ਤੂੰ ਵੀ ਬਿਰਕਤ ਹੈ। ਪਰਮੇਸ਼ਵਰ ਤੇਰੇ ਤੇ ਪਦਾਰਥ ਸੰਸਾਰ ਦੇ ਜਿਹੜੇ ਉਹ ਪ੍ਰਭਾਵ ਨਹੀਂ ਪਾ ਸਕਦੇ। ਬਿਰਕਤ ਹੈ। ਅਨਾਸ ਹੈ, ਫਿਰ ਅਨਾਸ ਹੈ, ਨਾਸ਼ ਰਹਿਤ ਹੈ, ਤੈਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਪ੍ਰਕਾਸ਼ ਹੈ, ਫਿਰ ਤੂੰ ਪ੍ਰਕਾਸ਼ ਰੂਪ ਹੈ। ਪਰਮੇਸ਼ਵਰ ਤੂੰ ਸਾਰੇ ਜਗਤ ਨੂੰ ਚਾਨਣ ਰੂਪ ਦਿੱਤਾ ਹੋਇਆ ਹੈ। ਸਾਰਾ ਜਗਤ ਹਨੇਰਾ ਰੂਪ ਹੈ, ਪਰ ਤੂੰ ਚਾਨਣ ਰੂਪ ਹੈ। ਤੂੰ ਪ੍ਰਕਾਸ਼ ਰੂਪ ਹੈ। ਤੂੰ ਸਭ ਨੂੰ ਚਾਨਣ ਦੇਣ ਵਾਲਾ ਹੈ। ਸਭ ਦਾ ਚਾਨਣ ਕਰਤਾ ਤੂੰ ਹੈ। ਤੇਰੇ ਕੋਲੋਂ ਹੀ ਸਾਰੇ ਪ੍ਰਕਾਸ਼ ਲੈਂਦੇ ਹਨ। ਇਸ ਕਰਕੇ ਇਹ ਅਕਾਲ ਪੁਰਖ ਜੀ ਤੁਸੀਂ ਪ੍ਰਕਾਸ਼ ਰੂਪ ਹੋ। ਨਿਚਿੰਤ ਹੈ, ਨਿਚਿੰਤ, ਚਿੰਤਾ ਰਹਿਤ। हे ਪਰਮੇਸ਼ਵਰ ਤੁਸੀਂ ਚਿੰਤਾ ਤੋਂ ਰਹਿਤ ਹੋ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਵਿਆਪਦੀ। ਸੁਨਿੰਤ ਹੈ, ਸੁਨਿੰਤ ਭਾਵ ਸਦਾ ਕਾਇਮ ਰਹਿਣ ਵਾਲਾ। ਤੂੰ ਪਰਮੇਸ਼ਵਰ ਸਦਾ ਹੀ ਕਾਇਮ ਰਹਿਣ ਵਾਲਾ ਹੈ। ਸਦੀਵੀ ਤੌਰ ਤੇ ਜਗਤ ਦੀ ਪਾਲਣਾ ਕਰਨ ਵਾਲਾ ਤੇ ਸਦੀਵੀ ਤੌਰ ਤੇ ਕਾਇਮ ਰਹਿਣ ਵਾਲਾ ਹੈ। ਐਸਾ ਹੈ ਤੂੰ। ਅਲਿਖ ਹੈ, ਅਲਿਖ ਦਾ ਅਰਥ ਤੁਹਾਡਾ ਕੋਈ ਚਿੱਤਰ ਨਹੀਂ ਬਣਾਇਆ ਸਕਦਾ, ਤੁਹਾਡਾ ਕੋਈ ਲੇਖ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਕੋਈ ਕਿਸੇ ਤਰ੍ਹਾਂ ਦਾ ਵਿਸ਼ੇਸ਼ ਲਿਖਤ ਤੁਹਾਡੇ ਉੱਤੇ ਨਹੀਂ ਲਿਖੀ ਜਾ ਸਕਦੀ ਕਿ ਤੂੰ ਸਿਰਫ ਇੱਦਾਂ ਦਾ ਹੈ। ਅਲਿਖ ਹੈ, ਤੁਹਾਡਾ ਕੋਈ ਚਿੱਤਰ ਕਿਸੇ ਤਰ੍ਹਾਂ ਦੀ ਕੋਈ ਐਸਾ ਕਾਰਜ ਨਹੀਂ ਕੀਤਾ ਜਾ ਸਕਦਾ ਕਿ ਜਿਸ ਨਾਲ ਤੁਹਾਡਾ ਜਿਹੜਾ ਹੈ ਤੁਹਾਨੂੰ ਜੋ ਲਿਖਿਆ ਜਾ ਸਕਦੇ, ਤੁਹਾਡੇ ਬਾਰੇ ਦੱਸਿਆ ਜਾ ਸਕੇ। ਅਦਿੱਖ ਹੈ, ਅਦਿੱਖ ਭਾਵ ਤੁਹਾਨੂੰ ਵੇਖਿਆ ਨਹੀਂ ਜਾ ਸਕਦਾ ਇਹਨਾਂ ਪੰਜ ਇੰਦਰੀਆਂ ਦੇ ਨਾਲ। ਇਹਨਾਂ ਪੰਜ ਇੰਦਰੀਆਂ ਦੇ ਨਾਲ ਤੁਹਾਡਾ ਜਿਹੜਾ ਹੈ ਚੇਨ ਨਹੀਂ ਹੋ ਸਕਦਾ, ਤੁਹਾਨੂੰ ਦੇਖਿਆ ਨਹੀਂ ਜਾ ਸਕਦਾ। ਅਦਿੱਖ ਹੈ। ਫਿਰ ਇਹ ਪਰਮੇਸ਼ਵਰ ਜੀ ਅਲੇਖ ਹੈ। ਅਲੇਖ ਦਾ ਭਾਵ ਆਪ ਜੀ ਨੂੰ ਕੋਈ ਲਿਖਿਆ ਨਹੀਂ ਜਾ ਸਕਦਾ, ਕੋਈ ਚਿੱਤਰ ਆਪ ਜੀ ਦਾ ਨਹੀਂ ਬਣਾਇਆ ਜਾ ਸਕਦਾ। ਅਲੇਖ, ਤੁਹਾਡਾ ਕੋਈ ਲੇਖ ਨਹੀਂ ਲਿਖਿਆ ਜਾ ਸਕਦਾ ਕਿ ਪਰਮੇਸ਼ਰ ਇਸ ਤਰ੍ਹਾਂ ਦਾ ਹੈ। ਕੋਈ ਚਿੱਤਰ ਬਣਾ ਕੇ, ਕੋਈ ਕਾਗਜ਼ ਦੇ ਲਕੀਰਾਂ ਲਿਖ ਕੇ ਤੁਹਾਡੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਅਲੇਖ ਹੈ। ਅਭੇਖ ਹੈ, ਅਭੇਖ ਦਾ ਅਰਥ ਹੈ ਪਰਮੇਸ਼ਵਰ ਤੂੰ ਭੇਖਾਂ ਤੋਂ ਰਹਿਤ ਹੈ। ਕੋਈ ਖਾਸ ਪਹਿਰਾਵਾ ਤੁਸੀਂ ਨਹੀਂ ਪਹਿਨਿਆ ਹੋਇਆ। ਅਟਾਹ ਹੈ, ਢਾਹ ਦਾ ਅਰਥ ਢਾਹ ਲਾਉਣੀ, ਡਿੱਗਣਾ, ਪਰ ਪਰਮੇਸ਼ਰ ਤੁਸੀਂ ਅਟਾਹ ਹੋ। ਤੁਹਾਨੂੰ ਕੋਈ ਢਾਹ ਨਹੀਂ ਲਾ ਸਕਦਾ, ਤੁਸੀਂ ਡਿੱਗ ਨਹੀਂ ਸਕਦੇ, ਕੋਈ ਤੁਹਾਨੂੰ ਡੇਗ ਨਹੀਂ ਸਕਦਾ, ਤੁਹਾਨੂੰ ਨੀਵਾਂ ਨਹੀਂ ਦਿਖਾ ਸਕਦਾ। ਅਟਾਹ ਹੈ। ਅਗਾਹ ਹੈ, ਅਗਾਹ, ਅਗਾਹ ਦਾ ਅਰਥ ਬਹੁਤ ਡੂੰਘਾ ਹੈ। ਪਰਮੇਸ਼ਵਰ ਤੂੰ, ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ। ਅਥਾਹ ਹੈ ਤੂੰ, ਤੁਸੀਂ ਬਹੁਤ ਡੂੰਘੇ ਹੋ, ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ, ਇੰਨੇ ਡੂੰਘੇ ਹੋ ਤੁਸੀਂ। ਅਸੰਭ ਹੈ। ਇਹ ਪਰਮੇਸ਼ਵਰ, ਅਸੰਭ ਦਾ ਅਰਥ ਅਸੰਭਵ, ਜੋ ਵਿਚਾਰ ਦੀ ਹੱਦ 'ਚ ਨਾ ਆ ਸਕੇ, ਜਿਹਨੂੰ ਵਿਚਾਰਿਆ ਨਾ ਜਾ ਸਕਦੇ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ, ਉਹ ਅਸੰਭ ਹੈ। ਅਸੰਭਵ ਹੈ, ਤੇਰੇ ਬਾਰੇ ਕੋਈ ਸੰਭਾਵਨਾ ਨਹੀਂ ਬਣਾਈ ਜਾ ਸਕਦੀ, ਕੋਈ ਖਿਆਲ ਨਹੀਂ ਬਣਾਇਆ ਜਾ ਸਕਦਾ ਕਿ ਪਰਮੇਸ਼ਰ ਤੂੰ ਕਿਵੇਂ ਦਾ ਹੈ। ਅਸੰਭ ਹੈ। ਅਗੰਭ ਹੈ, ਅਗੰਭ, ਇਹ ਪਰਮੇਸ਼ਰ ਤੂੰ ਅਗੰਮ ਹੈ, ਪਹੁੰਚ ਤੋਂ ਪਰੇ ਹੈ। ਅਗੰਭ ਦਾ ਅਰਥ ਅਗੰਮ, ਜਿਹਦੇ ਤੱਕ ਪਹੁੰਚ ਨਾ ਕੀਤੀ ਜਾ ਸਕੇ। ਇਹ ਅਕਾਲ ਪੁਰਖ ਜੀ ਤੁਹਾਡੇ ਤੱਕ ਕਿਸੇ ਦੀ ਵਿਸ਼ੇਸ਼ ਤੌਰ ਤੇ ਪਹੁੰਚ ਨਹੀਂ ਹੋ ਸਕਦੀ। ਅਗੰਭ ਹੈ। ਫਿਰ ਅਨੀਲ ਹੈ। ਅਨੀਲ, हे ਪਰਮੇਸ਼ਵਰ, ਅਨਲ ਭਾਵ ਹਵਾ, ਭਾਵ ਤੂੰ ਜੀਵਾਂ ਦਾ ਆਸਰਾ ਹੈ, ਜਿੰਦ ਹੈ ਜੀਵਾਂ ਦੀ।
ਹਵਾ ਰੂਪ ਹੋ ਕਰਕੇ ਤੂੰ ਸਾਰਿਆਂ ਦੇ ਅੰਦਰ ਵਾਜਾ ਪਵਨ ਵਜਾਇਆ। ਹਵਾ ਰੂਪ ਹੋ ਕਰਕੇ ਸਾਰਿਆਂ ਦੇ ਅੰਦਰ ਤੂੰ ਹੀ ਚੱਲ ਰਿਹਾ ਹੈ। ਅਨੀਲ ਹੈ, ਅਨਾਦ ਹੈ। ਅਨਾਦ ਭਾਵ ਤੇਰਾ ਕੋਈ ਮੁੱਢ, ਤੇਰਾ ਕੋਈ ਸਿਰਾ ਜਿਹੜਾ ਉਹ ਨਹੀਂ ਪਤਾ ਲੱਗ ਸਕਦਾ ਕਿ ਇਹ ਪਰਮੇਸ਼ਰ ਤੂੰ ਕਿਵੇਂ ਦਾ ਹੈ, ਕਿੱਥੋਂ ਤੂੰ ਆਰੰਭ ਹੁੰਦਾ ਤੇ ਕਿੱਥੇ ਖਤਮ ਹੁੰਦਾ ਹੈ। ਅਨਿਤ ਹੈ, ਅਨਿਤ ਅਸਾਧਾਰਨ। ਨਿਤ ਦਾ ਅਰਥ ਹੁੰਦਾ ਹੈ ਜਿਹੜੇ ਦਿਸਣ ਵਾਲੇ ਪਦਾਰਥ ਹੁੰਦੇ ਆ, ਜਿਹੜੇ ਸਦਾ ਨਹੀਂ ਰਹਿਣੇ, ਉਹਨਾਂ ਨੂੰ ਨਿਤ ਕਿਹਾ ਜਾਂਦਾ। ਅਨਿਤ ਹੈ ਪਰਮੇਸ਼ਵਰ ਤੂੰ, ਸਦੀਵੀ ਤੌਰ ਦੇ ਉੱਤੇ ਸੰਸਾਰ ਦੇ ਜਿੰਨੇ ਵੀ ਦਿਸਦੇ ਪਦਾਰਥ ਹਨ ਉਹਨਾਂ ਵਰਗਾ ਨਹੀਂ ਹੈ। ਜੇ ਕਿਉਂਕਿ ਸੰਸਾਰ ਦੇ ਜਿੰਨੇ ਪਦਾਰਥ ਖਤਮ ਹੋ ਜਾਣ ਵਾਲੇ ਆ, ਪਰ ਤੂੰ ਸਦੀਵੀ ਹੈ। ਅਨਿਤ ਹੈ, ਸੁਨਿਤ ਹੈ। ਸੁਨਿਤ ਸਦਾ ਕਾਇਮ ਰਹਿਣ ਵਾਲਾ ਹੈ। ਅਜਾਤ ਹੈ ਭਾਵ ਅਜ ਆਤ, ਜਾਤ ਦਾ ਅਰਥ ਜੰਮਣਾ। ਅਬ ਜਨਮ ਤੋਂ ਰਹਿਤ ਹੋ, ਅਜਾਤ ਹੋ। ਅਜਾਤ ਹੈ, ਆਜ਼ਾਦ ਹੈ। ਫਿਰ ਇਹ ਪਰਮੇਸ਼ਵਰ ਤੋਂ ਆਜ਼ਾਦ ਹੈ। ਅਜ ਆਦ ਭਾਵ ਮੁੱਢ ਤੋਂ ਹੀ ਤੂੰ ਇੱਕੋ ਜਿਹਾ ਹੈ। ਅਜਨਮਾ ਹੈ, ਮੁੱਢ ਤੋਂ ਜੀਵਾਂ ਦਾ ਮੂਲ ਹੈ। ਤੂੰ ਹੀ ਸਾਰੇ ਜੀਵ ਬਣਾਏ ਹਨ, ਸਾਰੇ ਤੇਰੇ ਹੀ ਆਖੇ ਲਾ ਕੇ ਚੱਲ ਰਹੇ ਹੈ। ਆਜ਼ਾਦ ਹੈ, ਆਜ਼ਾਦ ਹੈ। ਵਾਹਿ ਚਰਪੜ ਛੰਦ ਤੋ ਪ੍ਰਸਾਦ। ਹਾਂਜੀ, ਚਰਪੜ ਛੰਦ ਆਰੰਭ ਹੋਣ ਲੱਗਾ ਹੈ। ਚਾਸੜੀ ਛੰਦ ਇੱਥੇ ਸਮਾਪਤੀ ਹੈ। ਚਰਪੜ ਛੰਦ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਚਰਪੜ ਛੰਦ ਤੋ ਪ੍ਰਸਾਦ, ਤੇਰੀ ਕਿਰਪਾ ਦੇ ਨਾਲ ਸਤਿਗੁਰੂ ਕਹਿੰਦੇ ਮੈਂ ਬਿਆਨ ਕਰਦਾ ਹਾਂ। ਸਰਬੰ ਹੰਤਾ, ਸਰਬੰ ਗੰਤਾ, ਸਰਬੰ ਗਿਆਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ। ਵਾਹਿਗੁਰੂ। ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਇਸ ਚਰਪੜ ਛੰਦ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰ ਹੰਤਾ ਭਾਵ ਸਾਰਿਆਂ ਨੂੰ ਖਤਮ ਕਰਨ ਵਾਲਾ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਉਹ ਪਰਮੇਸ਼ਵਰ ਐਸਾ ਹੈ। ਸਰਬੰ ਹੰਤਾ ਸਾਰਿਆਂ ਨੂੰ। ਵਾਹਿਗੁਰੂ। ਵਾਹਿਗੁਰੂ ਸਭ ਨੂੰ ਖਤਮ ਕਰਨ ਵਾਲਾ ਹੈ। ਸਰਬੰ ਹੰਤਾ, ਸਰਬੰ ਗੰਤਾ। ਗੰਤਾ ਦਾ ਅਰਥ ਗਮ, ਪਹੁੰਚ ਰੱਖਣ ਵਾਲਾ। ਸਾਰਿਆਂ ਦੇ ਤੱਕ ਉਹ ਪਰਮੇਸ਼ਰ ਆਪਣੀ ਪਹੁੰਚ ਰੱਖਦਾ ਹੈ। ਸਰਬੰ ਹੰਤਾ ਸਾਰਿਆਂ ਨੂੰ ਖਤਮ ਕਰਨ ਵਾਲਾ ਹੈ। ਸਰਬੰ ਗੰਤਾ ਸਾਰਿਆਂ ਤੱਕ ਆਪਣੀ ਪਹੁੰਚ ਰੱਖਣ ਵਾਲਾ ਹੈ। ਸਰਬੰ ਖਿਆਤਾ, ਖਿਆਤਾ ਦਾ ਅਰਥ ਮਸ਼ਹੂਰ, ਪ੍ਰਸਿੱਧ। ਉਹ ਸਾਰਿਆਂ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਉਹ ਸਾਰੇ ਉਹਨੂੰ ਜਾਣਦੇ ਹਨ। ਸਾਰਿਆਂ ਨੂੰ ਪਤਾ ਹੈ ਕਿ ਪਰਮੇਸ਼ਵਰ ਕੈਸਾ ਹੈ, ਉਹ ਅਕਾਲ ਪੁਰਖ ਕੈਸਾ ਹੈ, ਉਹ ਕਿਵੇਂ ਸਭ ਦੀ ਰੱਖਿਆ ਕਰਦਾ ਹੈ, ਕਿਵੇਂ ਸਭ ਨੂੰ ਬਣਾਉਂਦਾ ਹੈ, ਸਾਜਦਾ ਹੈ, ਕਿਵੇਂ ਉਹ ਇਹ ਕਾਰੋਬਾਰ ਚਲਾਉਂਦਾ ਹੈ। ਇਸ ਕਰਕੇ ਸਾਰੇ ਉਹਨੂੰ ਜਾਣਦੇ ਹਨ। ਸਰਬੰ ਖਿਆਤਾ, ਸਰਬੰ ਗਿਆਤਾ ਫਿਰ ਸਾਰਿਆਂ ਦੇ ਦਿਲਾਂ ਦੇ ਜਾਣਨ ਵਾਲਾ ਹੈ। ਖਿਆਤਾ ਗਿਆਤਾ ਸਾਰਾ ਗਿਆਨ ਹੈ ਇਹਨੂੰ ਕਿ ਕੌਣ ਕਿਸ ਤਰ੍ਹਾਂ ਦਾ ਹੈ, ਕੌਣ ਕਿਵੇਂ ਦਾ ਹੈ, ਕਿਸ ਦੀ ਹਸਤੀ ਕਿਵੇਂ ਦੀ ਹੈ, ਕੌਣ ਸੱਚਾ ਹੈ, ਕੌਣ ਝੂਠਾ ਹੈ। ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ। ਫਿਰ ਹਰਨ ਵਾਲਾ, ਹਰਤਾ ਦਾ ਅਰਥ ਹੈ ਨਾਸ਼ ਕਰਨਾ। ਫਿਰ ਸਾਰਿਆਂ ਨੂੰ ਉਹ ਨਾਸ਼ ਕਰਨ ਵਾਲਾ ਵੀ ਹੈ। ਸਰਬੰ ਹਰਤਾ, ਸਰਬੰ ਕਰਤਾ ਫਿਰ ਸਾਰਿਆਂ ਨੂੰ ਬਣਾਉਣ ਵਾਲਾ ਵੀ ਉਹ ਹੈ। ਸਰਬੰ ਕਰਤਾ ਖਤਮ ਕਰਨ ਵਾਲਾ ਵੀ ਉਹ ਹੈ, ਤੇ ਸਰਬੰ ਹਰਤਾ ਸਭ ਨੂੰ ਬਣਾਉਣ ਵਾਲਾ ਵੀ ਉਹ ਹੈ, ਕਰਨ ਵਾਲਾ ਵੀ ਉਹ ਹੈ। ਸਰਬੰ ਪ੍ਰਾਣੰ ਫਿਰ ਉਹ ਪਰਮੇਸ਼ਵਰ ਸਾਰਿਆਂ ਦੀ ਜਿੰਦ ਹੈ। ਸਾਰਿਆਂ ਦੇ ਅੰਦਰ ਪ੍ਰਾਣ ਵੀ ਉਹਦੇ ਦਿੱਤੇ ਚੱਲ ਰਹੇ ਹਨ। ਸਰਬੰ ਪ੍ਰਾਣੰ, ਸਰਬੰ ਤ੍ਰਾਣੰ। ਤ੍ਰਾਣੰ ਦਾ ਅਰਥ ਤਾਣ, ਤ੍ਰਾਣੰ ਦਾ ਅਰਥ ਤਾਕਤ। ਫਿਰ ਸਾਰਿਆਂ ਦੇ ਅੰਦਰ ਉਸ ਪਰਮੇਸ਼ਵਰ ਦੀ ਦਿੱਤੀ ਹੋਈ ਤਾਕਤ ਹੈ। ਸਾਰੇ ਅੰਦਰ ਉਸੇ ਦੀ ਸਤਾ ਹੈ। ਫਿਰ ਹੀ ਜੀਵ ਜਿਹੜੇ ਉਹ ਚੱਲ ਫਿਰ ਸਕਦੇ ਹਨ, ਫਿਰ ਹੀ ਜੀਵ ਸਾਰੇ ਕਾਰਜ ਕਰ ਸਕਦੇ ਹਨ। ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ
ਫਿਰ ਸਾਰੇ ਕਰਮਾਂ ਦੇ ਵਿੱਚ ਉਹ ਆ ਮੌਜੂਦ ਹੈ, ਵਿਆਪਕ ਹੋ ਕੇ ਸਾਰੇ ਕੰਮ ਕਰਦਾ ਹੈ। ਜਿੰਨੇ ਵੀ ਜੀਵ ਕਾਰਜ ਕਰ ਰਹੇ ਹਨ, ਜਿੰਨੇ ਵੀ ਕੰਮ ਜੀਵ ਕਰ ਰਹੇ ਹਨ, ਉਹਨਾਂ ਕੰਮਾਂ ਦੇ ਵਿੱਚ ਉਹ ਪਰਮੇਸ਼ਵਰ ਆਪ ਰੁਕਿਆ ਹੈ। ਆਪ ਹੀ ਉਹ ਸਾਰੇ ਕਾਰਜ ਜਿਹੜਾ ਉਹ ਆਪ ਹੀ ਕਰ ਰਿਹਾ ਹੈ। ਸਰਬੰ ਕਰਮੰ ਸਰਬੰ ਧਰਮੰ। ਫਿਰ ਸਾਰਿਆਂ ਧਰਮਾਂ ਦੇ ਵਿੱਚ, ਭਾਵ ਸਾਰਿਆਂ ਫਰਜ਼ਾਂ ਦੇ ਵਿੱਚ ਉਹ ਲੁਕਿਆ ਹੋਇਆ ਹੈ। ਜਿੰਨੇ ਵੀ ਫਰਜ਼ ਭਾਵ ਜਿੰਨੇ ਵੀ ਸੰਸਾਰੀ ਜੀਵ ਫਰਜ਼ ਨਿਭਾਉਂਦੇ ਆ, ਜਿਵੇਂ ਜਿੰਨੇ ਵੀ ਆਪਣੇ ਆਪਣੇ ਕਾਰਜਾਂ ਦੇ ਵਿੱਚ ਲੱਗੇ ਹੋਏ ਆ, ਭਾਵੇਂ ਕੋਈ ਵੀ ਜੀਵ ਹੈ, ਹਰ ਧਰਮ ਦੇ ਵਿੱਚ, ਭਾਵ ਹਰ ਫਰਜ਼ ਦੇ ਵਿੱਚ, ਹਰ ਹੁਕਮ ਦੇ ਵਿੱਚ ਉਹ ਆਪ ਹੀ ਵਰਤਦਾ ਹੈ। ਧਰਮ ਦਾ ਅਰਥ ਕਰਨਾ ਹੈ ਫਰਜ਼, ਜਿਹੜੇ ਸੰਸਾਰੀ ਫਰਜ਼ ਹੁੰਦੇ ਆ, ਜਿਵੇਂ ਪਿਤਾ ਦੇ ਪੁੱਤਰ ਪ੍ਰਤੀ ਫਰਜ਼, ਪੁੱਤਰ ਦੇ ਪਿਤਾ ਪ੍ਰਤੀ, ਇਸੇ ਤਰ੍ਹਾਂ ਸਾਰਿਆਂ ਦੇ ਇੱਕ ਦੂਜੇ ਪ੍ਰਤੀ ਸਾਡੇ ਜਿਹੜੇ ਫਰਜ਼ ਹਨ, ਉਹਨਾਂ ਫਰਜ਼ਾਂ ਦੇ ਵਿੱਚ ਵੀ ਪਰਮੇਸ਼ਵਰ ਤੂੰ ਹੀ ਮੌਜੂਦ ਹੈ। ਸਰਬੰ ਜੁਗਤਾ। ਹੇ ਪਰਮੇਸ਼ਵਰ, ਹੇ ਅਕਾਲ ਪੁਰਖ ਜੀ, ਸਰਬੰ ਜੁਗਤਾ, ਤੂੰ ਮਿਲਿਆ ਹੋਇਆ ਸਾਰਿਆਂ ਦੇ ਵਿੱਚ। ਜੁਗਤਾ, ਸਾਰਿਆਂ ਦੇ ਵਿੱਚ ਰਲਿਆ ਹੋਇਆ ਹੈ। ਹਰ ਜੀਵ ਦੇ ਅੰਦਰ ਤੂੰ ਹੀ ਜੁਗਤ ਹੈ, ਸਾਰਿਆਂ ਦੇ ਅੰਦਰ ਤੂੰ ਹੀ ਵਿਦਮਾਨ ਹੈ। ਸਰਬੰ ਮੁਕਤਾ, ਤੇ ਸਾਰਿਆਂ ਦੇ ਵਿੱਚ ਤੂੰ ਹੁੰਦਾ ਹੋਇਆ ਵੀ ਸਰਬੰ ਮੁਕਤਾ, ਸਾਰਿਆਂ ਤੋਂ ਮੁਕਤ ਰਹਿਣਾ ਹੈ। ਤੈਨੂੰ ਇਹ ਨਹੀਂ ਕਿ ਤੂੰ ਸਾਰਿਆਂ ਜੀਵਾਂ 'ਚ ਹੋ ਕੇ ਤੇ ਸਾਰਿਆਂ ਵਰਗਾ ਬਣ ਗਿਆ, ਪਰ ਸਭ ਤੋਂ ਤੂੰ ਵੱਖਰਾ ਵੀ ਰਹਿਣਾ ਹੈ। ਸਭ ਤੋਂ ਤੂੰ ਵੱਖਰਾ ਵੀ ਰਹਿਣਾ ਹੈ, ਭਾਵ ਹਰੇਕ ਦੇ ਪਰਮੇਸ਼ਵਰ ਜੋ ਹੈ ਹਰੇਕ ਦੇ ਵਿੱਚ ਵਸਿਆ ਵੀ ਹੋਇਆ ਹੈ, ਤੇ ਹਰੇਕ ਤੋਂ ਜਿਹੜਾ ਹੈ ਉਹ ਵੱਖਰਾ ਵੀ ਰਹਿੰਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਅਗਲਾ ਛੰਦ, ਰਸਾਵਲ ਛੰਦ ਤਪ ਪ੍ਰਸਾਦ। ਸਤਿਗੁਰੂ ਰਸਾਵਲ ਛੰਦ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਨਮੋ ਨਰਕ ਨਾਸੇ ਸदैवं ਪ੍ਰਕਾਸੇ, ਅਨੰਗੰ ਸਰੂਪੇ ਅਪੰਗੰ, ਅਨੰਗੰ ਸਰੂਪੇ ਅਪੰਗੰ ਵਿਭੂਤੇ, ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ। ਇਹ ਪਰਮੇਸ਼ਰ ਵਾਹਿਗੁਰੂ ਛੋਟਾ ਕੰਮ, ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ। ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ, ਅਗਾਧ ਸਰੂਪੇ ਨਿਰਬਾਧ ਵਿਭੂਤੇ, ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ ਸਰਬੰਗੀ ਅਨੂਪੇ, ਨਾ ਪੁੱਤਰੇ ਨਾ ਪੁੱਤਰੈ ਨਾ ਪੁੱਤਰੈ। ਵਾਹਿਗੁਰੂ। ਨਾ ਪੁੱਤਰੈ ਨਾ ਪੁੱਤਰੈ, ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ, ਨਿਰਸਾਕੰ ਸ਼ਰੀਕ ਹੈ, ਅਮਿਤੋ ਅਮੀਕ ਹੈ, ਸदैवं ਪ੍ਰਭਾ ਹੈ, ਅਜੈ ਹੈ ਅਜਾ ਹੈ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਰਸਾਵਲ ਛੰਦ ਜਿਹੜਾ ਇੱਥੇ ਸੰਪੂਰਨ ਹੁੰਦਾ ਹੈ, ਇਹਦੀ ਆਪਾਂ ਜੋ ਵਿਚਾਰ ਹੈ ਉਹ ਆਪਾਂ ਕੱਲ੍ਹ ਨੂੰ ਕਰਾਂਗੇ। ਥੋੜ੍ਹਾ ਜਿਹਾ ਅੱਜ ਜੋ ਲੋਡਿੰਗ ਬਹੁਤ ਲੈ ਰਿਹਾ ਹੈ ਕੰਪਿਊਟਰ, ਇਸ ਕਰਕੇ ਕੱਲ੍ਹ ਨੂੰ ਆਪਾਂ ਇਹਦੀ ਵਿਚਾਰ ਕਰਾਂਗੇ ਰਸਾਵਲ ਛੰਦ ਦੀ। ਅਤੇ ਅੱਜ ਨਾਲ ਹੀ ਜਿੱਥੇ ਸੰਥਿਆ ਕੀਤੀ ਹੈ ਉੱਥੇ ਹੀ ਸਾਧ ਸੰਗਤ ਅੱਜ ਧੰਨ ਬਾਬਾ ਬੁੱਢਾ ਜੀ ਦਾ ਜੋ ਜੋਤੀ ਜੋਤ ਪੁਰਬ ਹੈ, ਜੋ ਅੱਜ ਉਹਨਾਂ ਦਾ ਸਾਲਾਨਾ ਜੋੜ ਮੇਲਾ ਹੁੰਦਾ ਹੈ ਰਮਦਾਸ ਵਿਖੇ, ਅਤੇ ਉਹਨਾਂ ਦੇ ਜੀਵਨ ਬਾਰੇ ਜੋ ਵਿਸ਼ੇਸ਼ ਤੌਰ ਦੇ ਉੱਤੇ ਆਪ ਜੀ ਨਾਲ ਵਿਚਾਰ ਕਰਨਗੇ ਗਿਆਨੀ ਪਰਮਜੀਤ ਸਿੰਘ ਜੀ, ਕਿ ਧੰਨ ਬਾਬਾ ਬੁੱਢਾ ਜੀ ਦਾ ਕੈਸਾ ਜੀਵਨ ਸੀ, ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿੱਖੀ ਕਮਾਈ, ਅਤੇ ਕੀ ਉਹਨਾਂ ਨੇ ਸਾਡੇ ਵਾਸਤੇ ਇਹ ਰੀਤ ਚਲਾਈ ਹੈ, ਸਾਨੂੰ ਵੀ ਜਿਹੜਾ ਆਪਣਾ ਜੀਵਨ ਚੜ੍ਹਦੀ ਕਲਾ ਵਿੱਚ ਜਿਉਣ ਦੇ ਲਈ ਉਹਨਾਂ ਨੇ ਪ੍ਰੇਰਨਾ ਕੀਤੀ ਹੈ। ਸੋ ਆਓ ਆਪਾਂ ਗਿਆਨੀ ਜੀ ਪਾਸੋਂ ਬਾਬਾ ਬੁੱਢਾ ਜੀ ਦੇ ਜੀਵਨ ਬਾਰੇ ਵਿਸ਼ੇਸ਼ ਜਾਣਕਾਰੀ ਲਈਏ, ਉਹਨਾਂ ਦੇ ਜੀਵਨ ਨਾਲ ਜੁੜੀਏ। ਸੋ ਦਾਸ ਦੀ ਫਤਿਹ ਇੱਥੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਲਖਬੀਰ ਸਿੰਘ ਜੀ ਪਾਸੋਂ ਆਪ ਜੀ ਗੁਰਬਾਣੀ ਜੋ ਸੰਥਿਆ ਹੈ ਜਾਪ ਸਾਹਿਬ ਉਹ ਸ਼ਰਵਣ ਕਰ ਰਹੇ ਸੀ। ਅੱਜ ਬਾਬਾ ਬੁੱਢਾ ਜੀ ਦਾ ਜੋਤੀ ਜੋਤ ਦਿਹਾੜਾ ਹੈ। ਅੱਜ ਦੇ ਦਿਨ ਉਹਨਾਂ ਨੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪਣਾ ਸਵਾਸ ਜਿਹੜੇ ਉਹ ਤਿਆਗੇ ਸਨ। ਕੱਲ੍ਹ ਵੀ ਸਿੱਖ ਸੰਗਤਾਂ ਵੱਲੋਂ ਇਹ ਮੰਗ ਆਈ ਸੀ ਕਲਾਸ ਦੇ ਵਿੱਚ ਹੀ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਉਹ ਜ਼ਰੂਰ ਵਿਚਾਰਿਆ ਜਾਏ, ਅਤੇ ਕਿਉਂਕਿ ਅੱਜ ਉਹਨਾਂ ਦਾ ਜੋਤੀ ਜੋਤ ਪੁਰਬ ਹੈ, ਸੋ ਉਹਨਾਂ ਦੇ ਬਾਰੇ ਸੰਖੇਪ ਜੀ ਜਿਹੜੀ ਵਿਚਾਰ ਹੈ ਉਹ ਆਪਾਂ ਅੱਜ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਇਹੋ ਜਿਹੇ ਸਿੱਖ ਨੇ ਜਿਨ੍ਹਾਂ 'ਤੇ ਹਰ ਇੱਕ ਸਿੱਖ ਦੀ ਭਾਵਨਾ ਹੈ, ਬੜੀ ਸ਼ਰਧਾ ਹੈ ਉਹਨਾਂ ਦੇ ਉੱਪਰ। ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਇੱਕ ਅਸੀਸ ਇਹ ਦਿੱਤੀ ਸੀ ਕਿ ਬੁੱਢਿਆ ਤੇਰੇ ਤੋਂ ਕਦੇ ਓਹਲੇ ਨਾ ਹੋਸਾਂ। ਇਹਦਾ ਅਰਥ ਇਹ ਬਣਦਾ ਸੀ ਕਿ ਗੁਰੂ ਜੋਤ ਜਿਹੜੀ ਹੈ ਨਾ, ਬਾਬਾ ਬੁੱਢਾ ਜੀ ਤੇਰੇ ਤੋਂ ਕਦੇ ਓਹਲੇ ਨਹੀਂ ਹੋਏਗੀ, ਤੇਰੇ ਤੋਂ ਕਦੇ ਦੂਰ ਨਹੀਂ ਹੋਏਗੀ। 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ। ਬੜੀ ਵੱਡੀ ਗੱਲ ਹੈ ਕਿ 8 ਗੁਰੂ ਸਾਹਿਬਾਨ ਜਿਨ੍ਹਾਂ ਦੇ ਦਰਸ਼ਨ ਉਹਨਾਂ ਕੀਤੇ ਹਨ। ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰਤਾ ਗੱਦੀ ਦਾ ਤਿਲਕ ਲਾਇਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤੱਕ ਦੇ ਦੀਦਾਰ ਉਹਨਾਂ ਨੇ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਪੁੱਤਰ ਨੇ। ਗੁਰਤਾ ਗੱਦੀ ਭਾਵੇਂ ਬਾਅਦ ਵਿੱਚ ਮਿਲੀ ਹੈ। ਖੈਰ, ਜਨਮ ਬਾਬਾ ਬੁੱਢਾ ਸਾਹਿਬ ਜੀ ਦਾ ਹੋਇਆ ਜੀ 7 ਕੱਤਕ 1563 ਬਿਕਰਮੀ ਸੀ। ਉਹ ਜਿਹੜਾ ਕੱਤਕ ਦਾ ਮਹੀਨਾ ਹੈ ਨਾ, ਅੱਸੂ ਤੋਂ ਬਾਅਦ ਕੱਤੇ ਆਉਂਦਾ ਹੈ। 1563 ਬਿਕਰਮੀ ਜਿਹੜਾ ਈਸਵੀ ਸਨ ਬਣਦਾ ਹੈ ਜੀ 1506 ਈਸਵੀ। ਅਤੇ ਕੱਥੂ ਨੰਗਲ ਇਹ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਾਲ ਹੀ। ਅੰਮ੍ਰਿਤਸਰ ਸਾਹਿਬ ਤੋਂ ਗੁਰਦਾਸਪੁਰ ਨੂੰ ਜਾਈਏ ਤੇ ਹਾਈਵੇ ਦੇ ਉੱਪਰ ਹੀ ਸੱਜੇ ਹੱਥ ਗੁਰਦੁਆਰਾ ਹੈ, ਬਿਲਕੁਲ ਹਾਈਵੇ ਦੇ ਨਾਲ ਹੀ। ਜਦੋਂ ਜਿਹੜੀ 4 ਲੇਨ ਹਾਈਵੇ ਜਾਂਦਾ ਹੈ ਨਾ, ਉਸ 4 ਲੇਨ ਹਾਈਵੇ ਦੇ ਸੱਜੇ ਪਾਸੇ ਪਿੰਡ ਹੈ ਤੇ ਗੁਰਦੁਆਰਾ ਸਾਹਿਬ ਬਿਲਕੁਲ ਹਾਈਵੇ ਦੇ ਉੱਪਰ ਹੀ ਹੈ। ਵਾਹਿਗੁਰੂ ਅੰਮ੍ਰਿਤਸਰ ਤੋਂ ਬਟਾਲਾ ਜਿਹੜਾ ਰੋਡ ਹੈ। ਕੱਥੂ ਨੰਗਲ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਭਾਈ ਸੁੱਘਾ ਸੀ। ਸੁੱਖਾ ਨਹੀਂ, ਸੁੱਘਾ, ਘ ਪਿੱਛੇ ਹੈ ਘੱਗਾ। ਤੇ ਮਾਤਾ ਜੀ ਦਾ ਨਾਮ ਸੀ ਗੌਰਾਂ। ਤੇ ਇੱਕ ਮੈਂ ਗੱਲ ਤੁਹਾਨੂੰ ਇੱਥੇ ਜ਼ਰੂਰ ਦੱਸ ਦਿਆਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੇ ਪਿਤਾ ਜੀ ਸਨ ਨਾ, ਭਾਈ ਸੁੱਘਾ ਜੀ, ਇਹ 22 ਪਿੰਡਾਂ ਦੇ ਮਾਲਕ ਸਨ। 22 ਪਿੰਡਾਂ ਦੀ ਮਾਲਕੀ ਸੀ ਇਹਨਾਂ ਦੇ ਕੋਲ, ਮਤਲਬ ਕੋਈ ਮਾੜੇ ਘਰ ਦੇ ਵਿੱਚੋਂ ਨਹੀਂ ਸਨ। 22 ਪਿੰਡਾਂ ਦੇ ਮਾਲਕ ਨੇ ਇਹ। ਬਚਪਨ ਦਾ ਇਹਨਾਂ ਦਾ ਨਾਮ ਸੀ ਬੂੜਾ। ਬੂੜਾ ਇਹਨਾਂ ਨੂੰ ਕਹਿੰਦੇ ਸਨ। ਗੁਰੂ ਨਾਨਕ ਸਾਹਿਬ ਜੀ ਨਾਲ ਇਹਨਾਂ ਦਾ ਮਿਲਾਪ ਹੋਇਆ ਲਗਭਗ 12 ਸਾਲ ਦੀ ਉਮਰ ਵਿੱਚ। ਜਦੋਂ ਗੁਰੂ ਸਾਹਿਬ ਬੈਠੇ ਨੇ ਜਾ ਕੇ ਜੰਗਲ ਵਿੱਚ, ਤੇ ਬੂੜਾ ਮੱਝਾਂ ਚਰਾਉਣ ਜਾਂਦਾ ਸੀ ਉੱਥੇ। ਇਹਨੇ ਸਤਿਗੁਰਾਂ ਦੀ ਸੰਗਤ ਕੀਤੀ, ਭਾਈ ਮਰਦਾਨਾ ਜੀ ਨਾਲ ਨੇ ਸੰਗਤ ਇਹਨੇ ਕੀਤੀ। ਤੇ ਮੱਝਾਂ ਦਾ ਨਾ, ਕਿਉਂਕਿ ਮੱਝਾਂ ਚਰਾਉਣ ਜਾਂਦਾ ਏ ਤੇ ਉਹਦਾ ਦੁੱਧ ਚੋ ਕੇ ਗੜਵਾ ਭਰ ਕੇ ਬਾਟਾ ਜਾਂ ਕੋਈ ਵੀ ਬਰਤਨ ਜਿਹੜਾ ਵੀ ਕੋਲ ਸੀ ਉਹ ਗੁਰੂ ਸਾਹਿਬ ਨੂੰ ਅਰਪਣ ਕਰਦਾ ਹੈ। ਲਗਾਤਾਰ ਰੋਜ਼ ਸੇਵਾ ਕਰਦਾ ਹੈ ਜਾ ਕੇ। ਗੁਰੂ ਸਾਹਿਬ ਨਾਲ ਗੱਲਾਂ ਬਾਤਾਂ ਵੀ ਹੋਈਆਂ, ਵਿਚਾਰਾਂ ਵੀ ਹੋਈਆਂ। ਗੁਰੂ ਸਾਹਿਬ ਨੇ ਉਦੋਂ ਹੀ ਬੋਲ ਕਹੇ ਸਨ ਕਿ ਬੜੇ ਇਤਿਹਾਸਕਾਰਾਂ ਨੇ ਬੜੇ ਤਰੀਕੇ ਨਾਲ ਲਿਖਿਆ। ਕਈਆਂ ਨੇ ਲੱਕੜਾਂ ਵਾਲੀ ਸਾਖੀ ਲਿਖੀ ਏ, ਬਾਬਾ ਬੁੱਢਾ ਸਾਹਿਬ ਨਾਲ ਜੋੜੀ ਏ। ਖੈਰ, ਜੋ ਵੀ ਏ, ਗੁਰੂ ਸਾਹਿਬ ਨੇ ਆਖਿਆ ਤੂੰ ਉਮਰ ਤੇਰੀ ਬੱਚਿਆਂ ਵਾਲੀ ਏ ਤੇ ਗੱਲਾਂ ਤੇਰੀਆਂ ਬੁੱਢਿਆਂ ਵਾਲੀਆਂ, ਸਿਆਣਿਆਂ ਵਾਲੀਆਂ, ਬਜ਼ੁਰਗਾਂ ਵਾਲੀਆਂ ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਨਾਮ ਉੱਥੋਂ ਹੀ ਬਾਬਾ ਬੁੱਢਾ ਜੀ ਪੈ ਗਿਆ ਸੀ 12 ਸਾਲ ਦੀ ਉਮਰ ਵਿੱਚ ਹੀ। ਗੁਰੂ ਸਾਹਿਬ ਦੀ ਸੰਗਤ ਕਰਦੇ ਰਹੇ ਬਾਬਾ ਬੁੱਢਾ ਸਾਹਿਬ, ਲਗਾਤਾਰ ਸੰਗਤ ਵਿੱਚ ਜੁੜਦੇ ਰਹੇ। ਕਰਤਾਰਪੁਰ ਸਾਹਿਬ ਵੀ ਇਹ ਨਾਲ ਨੇ ਗੁਰੂ ਨਾਨਕ ਦੇਵ ਜੀ ਦੇ। ਉੱਥੇ ਵੀ ਜਦੋਂ ਗੁਰੂ ਨਾਨਕ ਸਾਹਿਬ ਪਰਖਦੇ ਪਏ ਨੇ ਨਾ ਸਿੱਖਾਂ ਨੂੰ, ਪੁੱਤਰਾਂ ਨੂੰ ਪਰਖਿਆ, ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੂੰ ਪਰਖਿਆ, ਭਾਈ ਲਹਿਣੇ ਨੂੰ ਪਰਖਿਆ। ਬਾਬਾ ਬੁੱਢਾ ਸਾਹਿਬ ਵੀ ਉਦੋਂ ਕੋਲ ਸਨ। ਪਰ ਇੱਕ ਮੈਂ ਇੱਥੇ ਸ਼ਾਰਟ ਵਿੱਚ ਤੁਹਾਨੂੰ ਦੱਸਦਾ ਜਾਵਾਂ ਕਿ ਜਿਸ ਦਿਨ ਅਖੀਰਲੀ ਪਰਖ ਹੋਈ ਸੀ ਨਾ, ਲਾਸਟ ਵਾਲੀ, ਬੜਾ ਭਿਆਨਕ ਧਾਨਕ ਰੂਪ ਗੁਰੂ ਨਾਨਕ ਸਾਹਿਬ ਨੇ ਧਾਰਿਆ ਸੀ। ਸ਼ਮਸ਼ਾਨ ਵੱਲ ਨੂੰ ਚੱਲ ਪਏ, ਕਰਤਾਰਪੁਰ ਸਾਹਿਬ ਤੋਂ ਬਾਹਰ ਵੱਲ।
ਸਾਰਾ ਪਿੰਡ ਮਗਰ, ਸਿੱਖ ਸੰਗਤ ਮਗਰ ਮਗਰ ਸੀ। ਇਤਿਹਾਸਕਾਰਾਂ ਨੇ ਆਖਿਆ ਕੁਝ ਧਨ ਦੌਲਤ ਸੱਟੀ, ਕੁਝ ਉਹ ਲੈ ਕੇ ਮੁੜ ਗਏ, ਕੁਝ ਹੀਰੇ ਜਵਾਹਰਾਤ ਲੈ ਕੇ ਮੁੜ ਗਏ, ਕੋਈ ਕਿਸੇ ਤਰ੍ਹਾਂ ਮੁੜ ਗਏ। ਅਖੀਰ ਤੇ 2 ਸਿੱਖ ਹੀ ਸਨ ਜਿਹੜੇ ਗੁਰੂ ਸਾਹਿਬ ਦੇ ਨਾਲ ਰਹੇ, ਪਿੱਛੇ ਰਹੇ। ਉਹ ਸਨ ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ ਜੀ, ਅਖੀਰ ਤੇ ਜਿਹੜੇ ਸੀ। ਫਿਰ ਬਾਬਾ ਬੁੱਢਾ ਸਾਹਿਬ ਵੀ ਪਿੱਛੇ ਮੁੜ ਗਏ ਤੇ ਭਾਈ ਲਹਿਣਾ ਜੀ ਹੀ ਨਿਤਰੇ ਸਨ ਅੱਗੇ, ਤੇ ਗੁਰਤਾ ਗੱਦੀ ਉਹਨਾਂ ਨੂੰ ਹਾਸਲ ਹੋਈ। ਇਹ ਅਸਲੀਅਤ ਹੈ ਕਿ ਬਾਬਾ ਬੁੱਢਾ ਸਾਹਿਬ, ਮੈਂ ਜੇ ਕਵਾਂ ਤੇ ਸ਼ਾਇਦ ਕੋਈ ਅਤਕਥਨੀ ਨਹੀਂ ਹੋਏਗੀ ਕਿ ਭਾਈ ਲਹਿਣੇ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਸਨ। ਖੈਰ, ਜਦੋਂ ਗੁਰੂ ਸਾਹਿਬ ਨੇ ਚੁਣਿਆ ਨਾ ਬਾਬਾ ਬੁੱਢਾ ਜੀ, ਵਾਹਿਗੁਰੂ, ਭਾਈ ਲਹਿਣੇ ਨੂੰ ਆਪਣੇ ਆਪਣਾ ਅੰਗ ਬਣਾ ਲਿਆ, ਅੰਗਦ ਕਰ ਦਿੱਤਾ, ਤਖਤ ਤੇ ਬਿਠਾਇਆ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਬੋਲ ਕਹੇ ਸਨ ਕਿ ਗੁਰਿਆਈ ਦਾ ਜਿਹੜਾ ਤਿਲਕ ਹੈ ਨਾ ਉਹ ਤੁਸੀਂ ਲਾਉਣਾ ਹੈ। ਗੁਰਿਆਈ ਦਾ ਤਿਲਕ 6 ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਸਾਹਿਬ ਨੇ ਲਾਇਆ। ਉਸ ਤੋਂ ਬਾਅਦ ਇਹਨਾਂ ਦੇ ਪੁੱਤਰ ਹੋਏ ਨੇ ਭਾਈ ਰਾਮ ਕੋਇਰ, ਜਿਨ੍ਹਾਂ ਦਾ ਨਾਮ ਭਾਈ ਰਾਮ ਕੋਇਰ, ਇਤਿਹਾਸ ਵਿੱਚ ਬੜਾ ਖਾਸ ਜ਼ਿਕਰ ਹੈ ਇਹਨਾਂ ਦਾ। ਉਸ ਤੋਂ ਅੱਗੇ ਗੁਰਿਆਈ ਜਿਹੜੀ ਉਹ ਇਹਨਾਂ ਦੇ ਹੱਥੋਂ ਦਵਾਈ ਜਾਂਦੀ ਰਹੀ, ਭਾਈ ਰਾਮ ਕੋਇਰ ਦੇ ਹੱਥੋਂ। ਖੈਰ, ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ, ਗੁਰੂ ਅੰਗਦ ਸਾਹਿਬ ਦੇ ਨਾਲ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦੇ ਨਾਲ ਰਹੇ। ਜਦੋਂ ਮੈਂ, ਕਿਉਂਕਿ ਸੰਖੇਪ ਵਿੱਚ ਬੇਨਤੀਆਂ ਮੈਂ ਕਰ ਰਿਹਾ, ਸਮਾਂ ਉਹਨਾਂ ਕੁ ਹੈ, ਜਦੋਂ ਗੁਰੂ ਅਰਜਨ ਦੇਵ ਜੀ ਨੇ ਪਾਵਨ ਪੋਥੀ ਸਾਹਿਬ ਤਿਆਰ ਕਰਵਾਈ ਨਾ, ਬੀੜ ਗੁਰਬਾਣੀ ਇੱਕ ਜਗ੍ਹਾ ਤੇ ਇਕੱਠੀ ਕੀਤੀ, ਭਾਈ ਗੁਰਦਾਸ ਜੀ ਨੂੰ ਲਿਖਣ ਦੀ ਸੇਵਾ ਲਾਈ ਸੀ। ਜਦੋਂ ਬੀੜ ਬਿਲਕੁਲ ਤਿਆਰ ਹੋ ਗਈ, ਉਹਦਾ ਪ੍ਰਕਾਸ਼ ਕੀਤਾ ਜਾਣਾ ਸੀ, ਤੇ ਉਦੋਂ ਬੜੇ ਇਤਿਹਾਸਕਾਰਾਂ ਨੇ ਆਖਿਆ ਕਿ ਚੋਣ ਵਿੱਚ ਬੜੇ ਸਨ, ਪਰ ਕਿਉਂਕਿ ਭਾਈ ਗੁਰਦਾਸ ਜੀ ਵੀ ਅਹਿਮ ਨੇ, ਉਹਨਾਂ ਕੋਲ ਵੀ ਰੁਤਬਾ ਉੱਚਾ ਹੈ, ਜਿਨ੍ਹਾਂ ਨੂੰ ਗੁਰਬਾਣੀ ਨੂੰ ਲਿਖਣ ਦਾ ਸੁਭਾਗਾ ਜਿਹੜਾ ਉਹ ਸਮਾਂ ਸਤਿਗੁਰਾਂ ਨੇ ਬਖਸ਼ਿਆ ਸੀ ਉਹਨਾਂ ਨੂੰ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਚੁਣਿਆ ਗਿਆ ਪਹਿਲੇ ਗ੍ਰੰਥੀ ਵਾਸਤੇ। ਪਹਿਲੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਬੁੱਢਾ ਜੀ ਸਨ। ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਲਿਆ, ਪਹਿਲਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ। ਵੇਖੋ ਕਿੰਨੀ ਵਡਿਆਈ। ਗੁਰੂ ਅਰਜਨ ਦੇਵ ਜੀ ਨੇ ਬੋਲ ਕਹੇ ਸਨ, ਬੁੱਢਾ ਜੀ ਖੋਲੋ ਗ੍ਰੰਥ, ਲਿਹੋ ਆਵਾਜ਼ਾਂ। ਆਵਾਜ਼ਾਂ ਭਾਵ ਹੁਕਮਨਾਮੇ ਨੂੰ ਆਵਾਜ਼ਾਂ ਸ਼ਬਦ ਵੀ ਵਰਤੇ ਨੇ, ਲਿਹੋ ਆਵਾਜ਼ਾਂ ਸੁਣੈ ਸਭ ਪੰਥ। ਪਹਿਲੇ ਗ੍ਰੰਥੀ ਨੇ ਬਾਬਾ ਬੁੱਢਾ ਸਾਹਿਬ ਜੀ। ਉਪਰੰਤ ਜਿਹੜੀ ਇਹ ਘਟਨਾ ਹੈ ਨਾ ਇਤਿਹਾਸ ਦੀ, ਕਿ 2 ਤਲਵਾਰੀ ਬੱਧੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ। ਉਹ 2 ਤਲਵਾਰਾਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਨ ਕਰਵਾਈਆਂ ਸਨ, ਦੋਵੇਂ ਤਲਵਾਰਾਂ। ਖੈਰ, ਸਮਾਂ ਲੰਘਦਾ ਗਿਆ, ਕਿਉਂਕਿ ਬਾਬਾ ਬੁੱਢਾ ਜੀ ਦਾ ਜਿਹੜਾ ਜਨਮ ਸਥਾਨ ਉਹ ਕੱਥੂ ਨੰਗਲ ਏ, ਤੇ ਰਮਦਾਸ ਇਹ ਵੀ ਅੰਮ੍ਰਿਤਸਰ ਸਾਹਿਬ, ਇਹ ਡੇਰਾ ਬਾਬਾ ਨਾਨਕ ਦੇ ਬਿਲਕੁਲ ਕੋਲ ਹੈ ਰਮਦਾਸ। ਕਈਆਂ ਨੇ ਆਖਿਆ ਕਿ ਬੜਾ ਲੰਮਾ ਸਮਾਂ ਇੱਥੇ ਵੀ ਇੱਕ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਦੇ ਨੇੜੇ ਆ ਜ਼ਿਲ੍ਹਾ, ਉਹ ਵੀ ਅੰਮ੍ਰਿਤਸਰ ਹੀ ਹੈ। ਹੁਣ ਸ਼ਾਇਦ ਭਾਵੇਂ ਤਰਨਤਾਰਨ ਹੋ ਗਿਆ ਹੋਵੇ, ਪਹਿਲਾਂ ਅੰਮ੍ਰਿਤਸਰ ਸੀ ਕਿਉਂਕਿ ਹੁਣ ਤਰਨਤਾਰਨ ਜ਼ਿਲ੍ਹਾ ਬਣਾਇਆ। ਬੀੜ ਬਾਬਾ ਬੁੱਢਾ ਸਾਹਿਬ ਵੀ ਬਹੁਤ ਸਮਾਂ ਰਹੇ, ਜਿੱਥੇ ਗੁਰੂ ਕੇ ਮਹਿਲ 5ਵੇਂ ਪਾਤਸ਼ਾਹ ਜੀ ਦੇ ਜਾਂਦੇ ਰਹੇ। ਉਪਰੰਤ ਰਮਦਾਸ ਆਪਣਾ ਟਿਕਾਣਾ ਕੀਤਾ, ਜਿੱਥੇ 1631 ਈਸਵੀ ਵਿੱਚ ਇਹਨਾਂ ਨੇ ਆਪਣਾ ਜਿਹੜਾ ਸਰੀਰ ਹੈ ਉਹ ਤਿਆਗਿਆ। ਜਦੋਂ, ਕਿਉਂਕਿ ਇਤਿਹਾਸ ਬੜੇ ਕਮਾਲ ਦਾ ਜ਼ਿਕਰ ਕਰਦਾ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਸੀ, ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸਾਂ, ਕਦੇ ਓਲੇ ਨਹੀਂ ਹੋਵਾਂਗੇ ਤੇਰੇ ਤੋਂ। ਜਦੋਂ ਰਮਦਾਸ ਜਾਣ ਲੱਗੇ ਨੇ ਤੇ ਉਦੋਂ ਵੀ ਗੁਰੂ ਸਾਹਿਬ ਨਾਲ ਬੋਲ ਕਰਕੇ ਗਏ ਸਨ ਕਿ ਸੱਚੇ ਪਾਤਸ਼ਾਹ, ਜਦੋਂ ਅੰਤਲਾ ਸਮਾਂ ਆਏਗਾ ਤੁਸੀਂ ਦਰਸ਼ਨ ਜ਼ਰੂਰ ਬਖਸ਼ਿਓ। ਹੁਣ ਉੱਥੇ ਉਸੇ ਜਗ੍ਹਾ ਤੇ ਰਮਦਾਸ ਦੀ ਧਰਤੀ ਤੇ ਅਖੀਰਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਬਾਬਾ ਬੁੱਢਾ ਜੀ ਨੇ। ਇਹ ਕਿੱਡੀ ਕਮਾਲ ਦੀ ਗੱਲ ਏ। ਸਿੱਖ ਦੀ ਅਰਦਾਸ ਨੂੰ ਗੁਰੂ ਬੜਾ ਨੇੜੇ ਹੋ ਕੇ ਸੁਣਦਾ ਹੈ, ਬਸ਼ਰਤੇ ਅਰਦਾਸ ਕਰਨ ਵਾਲਾ ਸਿੱਖ ਹੋਵੇ, ਕਿਉਂਕਿ ਸਿੱਖ ਜਿਹੜਾ ਹੈ ਨਾ ਉਹਦੀ ਅਰਦਾਸ ਸੁਣਦਾ ਹੈ ਗੁਰੂ, ਪੱਕੀ ਗੱਲ ਹੈ। ਬਾਬਾ ਬੁੱਢਾ ਸਾਹਿਬ ਦੀ ਅਰਦਾਸ ਨੂੰ ਸੁਣਿਆ, ਕਿਉਂਕਿ ਓਲੇ ਨਾ ਹੋਸਾਂ ਦਾ ਤੇ ਅਸੀਸ ਪਹਿਲੋਂ ਦਿੱਤੀ ਸੀ, ਤੇਰੇ ਤੋਂ ਓਲੇ ਹੈ ਹੀ ਨਹੀਂ ਅਸੀਂ ਕਦੇ ਵੀ।
ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਨੇ ਰਮਦਾਸ ਦੀ ਧਰਤੀ ਤੇ, ਉੱਥੇ ਸਿੱਖ ਵੀ ਨਾਲ ਨੇ। ਇਤਿਹਾਸ ਨੇ ਕਿਹਾ ਬਾਬਾ ਸ਼੍ਰੀ ਚੰਦ ਜੀ ਵੀ ਉੱਥੇ ਨਾਲ ਸਨ। ਪਹੁੰਚੇ, ਦਰਸ਼ਨ ਆਪਣੇ ਬਖਸ਼ੇ ਬਾਬਾ ਬੁੱਢਾ ਜੀ ਨੂੰ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਪਾਵਨ ਗੋਦ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਜਿਹੜਾ ਸਰੀਰ ਹੈ ਉਹ ਤਿਆਗ ਦਿੱਤਾ। 125 ਸਾਲ ਦੀ ਉਮਰ ਹੋਈ ਬਾਬਾ ਬੁੱਢਾ ਜੀ ਦੀ, 125 ਸਾਲ। ਤੇ 125 ਸਾਲਾਂ ਦੇ ਵਿੱਚੋਂ, ਕਿਉਂਕਿ 12 ਸਾਲਾਂ ਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋਇਆ ਇਹਨਾਂ ਦਾ, ਤੇ 113 ਸਾਲ ਗੁਰੂ ਦੀ ਸੰਗਤ ਵਿੱਚ ਰਹੇ ਨੇ। 113 ਸਾਲ ਕਿੱਡੀ ਵੱਡੀ ਗੱਲ ਹੈ। ਹਰ ਵੇਲੇ ਗੁਰੂ ਸਾਹਿਬ ਦੇ ਨਾਲ, ਗੁਰੂ ਨਾਨਕ ਦੇਵ ਜੀ ਦੇ ਨਾਲ। ਜੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਗੁਰਬਾਣੀ ਨੇ ਆਖਿਆ ਫੇਰ ਵਸਾਇਆ ਫੇਰੂਆਨ ਸਤਿਗੁਰ ਖਾਡੂਰ, ਤੇ ਖਡੂਰ ਸਾਹਿਬ ਵੀ ਫਿਰ ਉੱਥੇ ਪਹੁੰਚੇ ਨੇ ਗੁਰੂ ਸਾਹਿਬ ਦੇ ਨਾਲ। ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ ਨਗਰ, ਤੇ ਉਸ ਨਗਰ ਨੂੰ ਵਸਾਉਣ ਦੇ ਵਿੱਚ ਵੀ ਨਾਲ ਰਹੇ ਨੇ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ, ਉਦੋਂ ਵੀ ਨਾਲ ਨੇ। ਨਗਰ ਵਸਾਉਣ ਵਿੱਚ ਤਰਨਤਾਰਨ ਸਾਹਿਬ ਗੁਰੂ ਅਰਜਨ ਦੇਵ ਜੀ ਨੇ, ਹੋਰ ਜਿਹੜੇ ਨਗਰ ਵਸਾਏ ਉਸ ਵੇਲੇ ਵੀ ਨਾਲ ਨੇ। ਗੁਰੂ ਅਰਜਨ ਦੇਵ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਸਰੋਵਰ ਨੂੰ ਪੱਕਾ ਕਰਾਉਣ ਦੀ ਸੇਵਾ, ਹੁਣ ਧਿਆਨ ਨਾਲ ਸੁਣਿਓ, ਅੰਮ੍ਰਿਤਸਰ ਸਾਹਿਬ ਸ਼ਹਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਇਆ, ਸਰੋਵਰ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਖੁਦਵਾਇਆ ਸੀ। ਪਰ ਸਰੋਵਰ ਨੂੰ ਪੱਕੇ ਕਰਨ ਦੀ ਜਿਹੜੀ ਸੇਵਾ ਹੈ ਨਾ, ਉਹ ਜਿਹੜੀ ਸੇਵਾ ਗੁਰੂ ਅਰਜਨ ਦੇਵ ਜੀ ਦੇ ਹੱਥੋਂ ਹੋਈ। ਬਾਬਾ ਸ਼ਹਿਰ ਵਸਾਉਣ ਵਿੱਚ ਵੀ ਬਾਬਾ ਬੁੱਢਾ ਜੀ ਨਾਲ ਨੇ, ਸਰੋਵਰ ਦੀ ਸੇਵਾ ਵੇਲੇ ਵੀ ਬਾਬਾ ਬੁੱਢਾ ਜੀ ਨਾਲ ਨੇ। ਵੇਖੋ, ਗੁਰੂ ਹਰਗੋਬਿੰਦ ਸਾਹਿਬ ਦੀਆਂ ਜੰਗਾਂ ਵਿੱਚ ਵੀ ਉਹ ਬਿਲਕੁਲ ਨਾਲ ਨੇ। 113 ਸਾਲ ਗੁਰੂ ਦੇ ਨਾਲ ਰਹਿ ਕੇ ਗੁਰੂ ਦੀ ਸੇਵਾ ਦੇ ਵਿੱਚ ਇਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਗੁਜ਼ਾਰਿਆ। ਤੇ ਅੱਜ ਦੇ ਦਿਨ ਹੀ 1563 ਬਿਕਰਮੀ ਨੂੰ ਬਾਬਾ ਬੁੱਢਾ ਸਾਹਿਬ ਜੀ, ਵੈਸੇ ਕਿਉਂਕਿ ਇਹ ਰਮਦਾਸ ਦੇ ਅਸਥਾਨ ਤੇ ਜਿਹੜਾ ਹੈ ਉਹ ਬੜਾ ਵੱਡਾ ਜੋੜ ਮੇਲਾ ਅੱਜ ਦੇ ਦਿਨ ਲੱਗਦਾ ਹੈ। ਅੱਜ ਦੇ ਦਿਨ ਤੇ ਸ਼ਾਇਦ ਕਰੋਨਾ, ਕਿਉਂਕਿ COVID-19 ਕਰਕੇ ਥੋੜਾ ਜਿਹਾ ਫਰਕ ਚੱਲ ਰਿਹਾ, ਬਹੁਤ ਭਾਰੀ ਜੋੜ ਮੇਲਾ ਅੱਜ ਦੇ ਦਿਨ। ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਨਾ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੋਣ ਦੇ ਵਾਸਤੇ ਰਮਦਾਸ ਦੀ ਧਰਤੀ ਤੇ ਪਹੁੰਚਦੀ ਹੈ। ਸੋ ਕਿਉਂਕਿ ਜੀਵਨ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਲੰਮਾ ਹੈ, ਮੈਂ ਸ਼ਾਰਟ ਬਿਲਕੁਲ ਸੰਖੇਪ ਵਿੱਚ ਟੂਕ ਮਾਤਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ, ਵੀ ਸਿੱਧਾ ਹੀ ਆਪ ਜੀ ਨੂੰ ਦੱਸਿਆ ਹੈ। ਤੇ ਕੋਈ ਗੱਲ ਨਹੀਂ, ਕਿਤੇ ਫਿਰ ਸਮਾਂ ਮਿਲਿਆ ਤੇ ਜ਼ਰੂਰ ਕਰਾਂਗੇ ਇਸ ਤਰ੍ਹਾਂ ਹੀ, ਕਿਉਂਕਿ ਜਿਹੜੇ ਪੁਰਬ ਨੇ ਉਹ ਆਉਂਦੇ ਨੇ ਤੇ ਫਿਰ ਨਾਲ ਨਾਲ ਆਪਾਂ ਇਹਨਾਂ ਪੁਰਬਾਂ ਦੀ ਜਿਹੜੀ ਵਿਚਾਰ ਵੀ ਉਹ ਕਰਦੇ ਰਵਾਂਗੇ, ਕਿਉਂਕਿ ਸਮਾਂ ਹੁਣ ਸਮਾਪਤ ਹੈ। ਤੇ ਕਿਸੇ ਵੀ ਵੀਰ ਭੈਣ ਦਾ ਕੋਈ ਸਵਾਲ ਹੈ ਅੱਜ ਨਾਲ ਰਿਲੇਟਡ, ਅੱਜ ਦੀ ਸੰਥਿਆ ਤੇ ਇਤਿਹਾਸ ਨਾਲ ਰਿਲੇਟਡ, ਤੇ ਆਪ ਜੀ ਆਪਣਾ ਜੋ ਮਾਈਕ ਹੈ ਉਹ ਔਨ ਕਰਕੇ ਪੁੱਛ ਸਕਦੇ ਹੋ ਜੀ। ਹਾਂਜੀ, ਮਾਈਕ ਆਪ ਜੀ ਦੇ ਔਨ ਹੋ ਗਏ ਨੇ ਜੀ। ਕਿਸੇ ਦਾ ਕੋਈ ਸਵਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਹਿੰਦਰ ਫਤਿਹ ਸਿੰਘ ਜੀ। ਬੋਲ ਰਿਹਾ ਸੀ। ਇਹ ਥੋੜਾ ਜਿਹਾ ਕਨਫਿਊਜ਼ਨ ਦੂਰ ਕਰੋ ਕਿ ਇੱਕ ਤਾਂ ਹੈਗੀ ਆ ਕੱਥੂ ਨੰਗਲ ਇਹਨਾਂ ਦੀ ਥਾਂ, ਹਾਂਜੀ ਇੱਕ ਹੈਗਾ ਰਮਦਾਸ। ਇਹ ਦੋਵੇਂ ਥਾਂ ਕਿੱਦਾਂ ਵੱਖਰੀਆਂ ਵੱਖਰੀਆਂ ਨੇ? ਹਾਂਜੀ, ਮੈਂ ਦੱਸ ਰਿਹਾ ਤੁਹਾਨੂੰ। ਕੱਥੂ ਨੰਗਲ ਇਹ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ। ਜਿਹੜਾ ਦਰਸ਼ਨ ਮੈਂ ਦੋਵਾਂ ਥਾਂ ਦੇ ਕੀਤੇ ਹੋਏ ਆ। ਹਾਂਜੀ ਹਾਂ, ਮੈਂ ਦੱਸ ਰਿਹਾ ਤੁਹਾਨੂੰ, ਇੱਕ ਮਿੰਟ। ਕੱਥੂ ਨੰਗਲ ਇਹਨਾਂ ਦਾ ਜਨਮ ਹੋਇਆ ਜੀ, ਇਹ ਬਟਾਲਾ ਰੋਡ ਜਿਹੜਾ ਗੁਰਦਾਸਪੁਰ ਨੂੰ ਹਾਈਵੇ ਜਾਂਦਾ ਉਸ ਰੋਡ ਤੇ ਆ। ਇੱਥੇ ਜਨਮ ਹੋਇਆ ਤੇ ਜੀਵਨ ਦਾ ਅਖੀਰਲਾ ਜਿਹੜਾ ਸਮਾਂ ਉਹ ਰਮਦਾਸ ਗੁਜ਼ਾਰਿਆ। ਇਹ ਡੇਰਾ ਬਾਬਾ ਨਾਨਕ ਦੇ ਬਿਲਕੁਲ ਕੋਲੇ ਹੈ। ਇਹ ਵੀ ਜ਼ਿਲ੍ਹਾ ਹਾਂਜੀ, ਇਹ ਵੀ ਦਰਸ਼ਨ ਕੀਤੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਕਿਸੇ ਹੋਰ ਦਾ ਸਵਾਲ ਜੀ? ਆਪਣਾ ਮਾਈਕ ਤੁਸੀਂ ਔਨ ਕਰਕੇ ਤੇ ਸਵਾਲ ਪੁੱਛ ਸਕਦੇ ਹੋ ਜੀ। ਹਾਂ, ਠੀਕ ਹੈ ਜੀ। ਫਿਰ ਕੱਲ ਸਵੇਰ ਦੀ ਕਲਾਸ ਉਸੇ ਤਰ੍ਹਾਂ ਹੀ 11:30 ਵਜੇ ਇਤਿਹਾਸ ਦੀ, ਤੇ ਜੋ ਸ਼ਾਮ ਦੀ ਕਲਾਸ ਹੈ ਉਹਦੇ ਅੰਦਰ ਜਾਪ ਸਾਹਿਬ ਦੀ ਜੋ ਸੰਥਿਆ ਹੈ ਉਹ ਰੈਗੂਲਰ ਉਸੇ ਤਰ੍ਹਾਂ ਹੀ ਚੱਲੇਗੀ। ਤੇ ਜਿਵੇਂ ਜਿਵੇਂ ਕੋਈ ਪੁਰਬ ਆਏਗਾ ਆਪਾਂ ਉਹਦੀ ਨਾਲ ਇਤਿਹਾਸ ਦੀ ਵਿਚਾਰ ਵੀ ਕਰਦੇ ਰਵਾਂਗੇ। ਸੋ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।